Hello everyone, I am Dr. Satwinder Kaur, and in today's lecture I will explain about the three most important groups of international foreign exchange market: arbitrage, hedging and speculation। ਇਹ ਕੀ ਹੁੰਦੇ ਨੇ, ਇਹ ਬਹੁਤ important ਹੈ। So we will start one by one. First of all, I want to clear it that ਕਿ ਸਪੋਟ ਤੇ ਫਾਰਵਰਡ ਐਕਸਚੇਂਜ ਮਾਰਕੀਟਸ ਨੂੰ ਲਿੰਕ ਕਰਨ ਦੇ ਲਈ ਇਹ ਤਿੰਨ ਗਰੁੱਪਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਦਰਵਾਈਜ਼ ਵੀ ਕਾਂਟ ਇਵਨ ਇਮੈਜਿਨ the functions of spot and forward exchange market। foreign exchange market ਇੱਕ ਟਾਈਪ ਦੀ ਪੈਰਾਲਾਈਜ਼ ਹੈ ਜੇਕਰ ਇਹ ਤਿੰਨ ਗਰੁੱਪਸ ਆਪਰੇਟ ਨਹੀਂ ਕਰਦੇ। ਸੋ ਫਸਟ ਗਰੁੱਪ ਜਿਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ, ਦੈਟ ਇਜ਼ ਦਾ ਆਰਬਿਟਰੇਜਸ। ਆਰਬਿਟਰੇਜਰਸ ਜਿਹੜੇ ਨੇ ਉਹਨਾਂ ਨੂੰ ਇੰਟਰਸਟ ਰੇਟ ਆਰਬਿਟਰੇਜਰਸ ਵੀ ਬੋਲਦੇ ਨੇ। ਇਹ ਉਹ ਬੰਦੇ ਨੇ ਜਿਹੜੇ ਪ੍ਰੋਫਿਟ ਓਰੀਐਂਟਡ ਕੰਮ ਕਰਦੇ ਨੇ। ਇਹਨਾਂ ਦਾ ਮੇਨ ਮਕਸਦ ਹੁੰਦਾ ਪ੍ਰੋਫਿਟ ਕਮਾਉਣਾ ਬਾਏ ਸੇਲ ਐਂਡ ਪਰਚੇਜ਼ ਆਫ ਫੋਰਨ ਐਕਸਚੇਂਜ ਔਰ ਫੋਰਨ ਕਰੰਸੀ। ਸੋ ਇੱਕ ਸਿੰਪਲ ਗੱਲ ਇਹਨਾਂ ਦੀ ਇਹ ਹੈ ਕਿ ਇਹ ਇੱਕ ਪਰਟੀਕੂਲਰ ਕਰੰਸੀ ਨੂੰ ਇੱਕ ਉਹ ਮਾਰਕੀਟ 'ਚੋਂ ਪਰਚੇਜ਼ ਕਰ ਲੈਂਦੇ ਨੇ ਜਿੱਥੇ ਉਹ ਕਰੰਸੀ ਸਸਤੀ ਵਿਕ ਰਹੀ ਹੈ, ਉੱਥੋਂ ਦੀ ਉਸਨੂੰ ਖਰੀਦ ਲੈਂਦੇ ਨੇ ਤੇ ਉਸਨੂੰ ਫਰਦਰ ਉਸ ਮਾਰਕੀਟ ਦੇ ਵਿੱਚ ਸੇਲ ਕਰ ਦਿੰਦੇ ਨੇ ਜਿੱਥੇ ਉਹ ਮਹਿੰਗੀ ਵਿਕਦੀ ਹੈ। ਸੱਚ ਸੇਲਸ ਐਂਡ ਪਰਚੇਸਿਸ ਵਿਲ ਗੋਇੰਗ ਅੰਟਿਲ ਦੇਅਰ ਵਿਲ ਨਾਟ ਬੀ ਇਕੁਅਲਾਈਜੇਸ਼ਨ ਆਫ ਐਕਸਚੇਂਜ ਰੇਟ ਇਨ ਬੋਥ ਮਾਰਕੀਟਸ। ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਕਿ ਸਪੌਟ ਐਕਸਚੇਂਜ ਰੇਟ ਹੈ ਨਿਊਯਾਰਕ ਦੇ ਵਿੱਚ 40 ਰੁਪੀਜ਼ ਇਜ਼ ਇਕੁਅਲ ਟੂ $1 ਤੇ ਇੰਡੀਆ ਵਿੱਚ ਮੁੰਬਈ ਦੇ ਵਿੱਚ ਉਹ ਹੈ 44 ਰੁਪੀਜ਼ ਇਜ਼ ਇਕੁਅਲ ਟੂ $1। ਸੋ ਆਰਬਿਟਰੇਜਰਸ ਦੇ ਕੀ ਕੰਮ ਹੈ, ਉਹ ਕੀ ਕਰਨਗੇ, ਨਿਊਯਾਰਕ ਮਾਰਕੀਟ ਦੇ ਵਿੱਚੋਂ ਦੀ 40 ਰੁਪੀਜ਼ ਦੇ ਕੇ $1 ਪਰਚੇਜ਼ ਕਰ ਲੈਣਗੇ ਤੇ ਫਰਦਰ $1 ਦੇ ਕੇ 44 ਰੁਪੀਜ਼ ਲੈ ਲੈਣਗੇ ਮੁੰਬਈ ਮਾਰਕੀਟ ਦੇ ਵਿੱਚ। ਇਸ ਤਰੀਕੇ ਦੇ ਨਾਲ ਦੇ ਵਿਲ ਅਰਨ 4 ਰੁਪੀਜ਼ ਬਾਈ ਸੇਲਿੰਗ $1। ਸੋ ਦਿਸ ਇਜ਼ ਦਾ ਵਰਕ ਆਫ ਦਾ ਆਰਬਿਟਰੇਜਰਸ। ਜੇ ਇਸਨੂੰ ਅਸੀਂ ਅਗਲੀ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰੀਏ ਤਾਂ ਉਹ ਸੇਮ ਕੇਸ ਹੈ ਕਿ ਜੇ ਇਸਨੂੰ ਇੰਟਰਸਟ ਰੇਟ ਨਾਲ ਦੇਖੀਏ ਕਿ ਜੇ ਮੰਨ ਲਓ ਕਿ ਨਿਊਯਾਰਕ ਦੇ ਵਿੱਚ ਰੇਟ ਆਫ ਇੰਟਰਸਟ ਇਜ਼ 2% ਤੇ ਮੁੰਬਈ ਦੇ ਵਿੱਚ ਰੇਟ ਆਫ ਇੰਟਰਸਟ ਹੈ 5%। ਸੋ ਵਟ ਵੀ ਵਿਲ ਦੇ ਡੂ, ਸੋ ਸਿੰਪਲ ਚੀਜ਼ ਹੈ ਕਿ 2% ਨਿਊਯਾਰਕ ਦੇ ਉੱਤੇ ਰੇਟ ਆਫ ਇੰਟਰਸਟ ਦੇ ਉੱਤੇ ਪਰਚੇਜ਼ ਕਰ ਲੈਣਗੇ ਕਰੰਸੀ ਤੇ ਉਸਨੂੰ 5% ਰੇਟ ਆਫ ਇੰਟਰਸਟ ਦੇ ਉੱਤੇ ਮੁੰਬਈ ਦੇ ਵਿੱਚ ਸੇਲ ਕਰ ਦਿੱਤਾ ਜਾਏਗਾ। ਸੋ ਇਸ ਤਰੀਕੇ ਦੇ ਨਾਲ ਆਰਬਿਟਰੇਜਰਸ ਜਿਹੜੇ ਨੇ ਉਹ ਅਰਨ ਕਰਦੇ ਨੇ ਪ੍ਰੋਫਿਟ। ਨੈਕਸਟ ਗਰੁੱਪ ਹੈ ਬਹੁਤ ਇੰਪੋਰਟੈਂਟ ਹੈ ਹੈਜਿੰਗ। ਜਿਵੇਂ ਆਰਬਿਟਰੇਜ ਪ੍ਰੋਫਿਟ ਲਈ ਕੰਮ ਕਰਦੇ ਨੇ, ਹੈਜਰਸ ਰਿਸਕ ਨੂੰ ਕਵਰ ਕਰਨ ਦਾ ਕੰਮ ਕਰਦੇ ਨੇ ਕਿ ਫੋਰਨ ਐਕਸਚੇਂਜ ਦੇ ਵਿੱਚ ਜਿਹੜੇ ਅਪਸ ਐਂਡ ਡਾਊਨਸ ਆਉਂਦੇ ਨੇ ਉਸ ਰਿਸਕ ਨੂੰ ਇੱਕ ਅਗਰੀਮੈਂਟ ਦੇ ਥਰੂ ਇਹ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਸ ਲਈ ਇਹਨਾਂ ਨੂੰ ਕਵਰਿੰਗ ਵੀ ਬੋਲਦੇ ਨੇ। ਹੈਜਿੰਗ ਰੈਫਰਸ ਟੂ ਦਾ ਅਵੋਇਡੈਂਸ ਆਫ ਫੋਰਨ ਐਕਸਚੇਂਜ ਰਿਸਕ ਔਰ ਆਫ ਦਾ ਕਵਰਿੰਗ ਆਫ ਦਾ ਰਿਸਕ ਫਰੋਮ ਫੋਰਨ ਐਕਸਚੇਂਜ। ਸੋ ਵੀ ਬੇਸਿਕਲੀ ਨੋ ਕਿ ਫੋਰਨ ਐਕਸਚੇਂਜ ਦੇ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਸਾਰੀਆਂ ਕੰਟਰੀਜ਼ ਹੀ ਫਲੈਕਸੀਬਲ ਐਕਸਚੇਂਜ ਰੇਟ ਸਿਸਟਮ ਨੂੰ ਫੋਲੋ ਕਰਦੀਆਂ ਨੇ, ਜਿਹਦੇ ਵਿੱਚ ਅਨਸਰਟੇਨਟੀ ਵੀ ਹੁੰਦੀ ਹੈ, ਰਿਸਕ ਵੀ ਹੁੰਦੀ ਹੈ, ਕਿਉਂਕਿ ਮਾਰਕੀਟ ਫੋਰਸਿਸ ਦੇ ਅਕੋਰਡਿੰਗਲੀ ਉਹ ਕੰਮ ਕਰਦਾ ਤੇ ਉਹਦੇ ਵਿੱਚ ਕਦੀ ਕਰੰਸੀਜ਼ 'ਚ ਐਪਰੀਸੀਏਸ਼ਨ ਆਉਂਦੀ ਹੈ, ਕਦੀ ਡੈਪਰੀਸ਼ੀਏਸ਼ਨ ਆਉਂਦੀ ਹੈ। ਇਸ ਲਈ ਜਿੱਥੇ ਹੈਜਰਸ ਨੂੰ ਲੱਗਦਾ ਹੈ ਕਿ ਰਿਸਕ ਜ਼ਿਆਦਾ ਹੈ ਤਾਂ ਉਹ ਇੱਕ ਅਗਰੀਮੈਂਟ ਕਰ ਲੈਂਦੇ ਨੇ। ਮਤਲਬ ਕਿ ਮੰਨ ਲਓ ਕਿ ਅੱਜ ਜੋ ਐਕਸਚੇਂਜ ਰੇਟ ਹੈ ਉਸ ਰੇਟ ਆਫ ਐਕਸਚੇਂਜ ਦੇ ਉੱਤੇ ਅੱਜ ਅਗਰੀਮੈਂਟ ਕਰ ਦਿੱਤਾ ਕਿ ਫਿਊਚਰ ਦੇ ਵਿੱਚ ਕਿਸੇ ਡੇਟ ਦੇ ਵਿੱਚ XYZ ਕੋਈ ਵੀ ਡੇਟ ਵੀ 1 ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਇਹੀ ਵਾਲਾ ਜੋ ਅੱਜ ਰੇਟ ਆਫ ਐਕਸਚੇਂਜ ਹੈ ਇਸ ਰੇਟ ਆਫ ਐਕਸਚੇਂਜ ਦੇ ਉੱਪਰ ਹੀ ਫਿਊਚਰ ਦੇ ਵਿੱਚ ਆਪਾਂ ਪੇਮੈਂਟ ਕਰਾਂਗੇ। ਮਤਲਬ ਕਿ ਐਕਚੁਅਲ ਬਾਇੰਗ ਐਂਡ ਸੈਲਿੰਗ ਆਫ ਦਾ ਕਰੰਸੀ ਕਿਸੇ ਫਿਊਚਰ ਡੇਟ ਦੇ ਵਿੱਚ ਹੋਏਗੀ, ਬਟ ਜਿਹੜਾ ਰੇਟ ਹੋਏਗਾ ਉਹ ਅੱਜ ਹੋਏਗਾ। ਇਸ ਨੂੰ ਸਿੰਪਲ ਇੱਕ ਐਗਜ਼ਾਮਪਲ ਨਾਲ ਕਰ ਸਕਦੇ ਹਾਂ। ਮੰਨ ਲਓ ਕਿ ਤੁਸੀਂ ਕਿਸੇ ਦੁਕਾਨ ਦੇ ਉੱਤੇ ਗਏ, ਤੁਹਾਨੂੰ ਕੋਈ ਕੱਪੜਾ ਪਸੰਦ ਆ ਗਿਆ, ਉਹ ਕੱਪੜਾ ਅੱਜ 1000 ਰੁਪਏ ਦਾ ਤੇ ਤੁਸੀਂ ਇਹ ਚੀਜ਼ ਉਸਨੂੰ ਕਹਿ ਦਿੱਤੀ ਕਿ ਮੈਂ ਤੇਰੇ ਤੋਂ 1000 ਰੁਪਏ ਹੀ 1000 ਰੁਪਏ ਉਹ ਦੇ ਰਿਹਾ ਤੁਹਾਨੂੰ, ਤੁਸੀਂ ਉਸਦੇ ਨਾਲ ਇਹ ਗੱਲ ਕਰ ਦਿੱਤੀ ਕਿ ਮੈਂ ਇਸੀ ਰੇਟ ਦੇ ਉੱਤੇ ਲੈ ਕੇ ਜਾਵਾਂਗਾ ਪਰ ਫਿਲਹਾਲ ਮੇਰੇ ਕੋਲ ਪੈਸੇ ਨਹੀਂ ਨੇ। ਸੋ ਇਨ ਦਿਸ ਵੇ ਕਿ ਇਸੀ ਰੇਟ ਦੇ ਉੱਤੇ ਕਿਸੇ ਫਿਊਚਰ ਡੇਟ ਦੇ ਵਿੱਚ ਮੈਂ ਤੇਰੇ ਤੋਂ ਕਿ ਹਫ਼ਤੇ ਬਾਅਦ 15 ਦਿਨ ਬਾਅਦ ਮੈਂ ਤੇਰੇ ਤੋਂ
ਲੈके ਜਾਵਾਂਗਾ ਬਟ ਰੇਟ ਅੱਜ ਦਾ ਹੀ ਤੂੰ ਲਗਾਈ। ਸੋ ਇਹ ਸੇਮ ਇਹ ਫੋਰਨ ਐਕਸਚੇਂਜ ਦੇ ਵਿੱਚ ਹੈਜਰਸ ਕਰਦੇ ਨੇ ਕਿ ਉਹ ਅਗਰੀਮੈਂਟ ਕਰ ਦਿੰਦੇ ਨੇ ਕਿ ਅੱਜ ਜੋ ਮਾਰਕੀਟ ਫੋਰਸਿਸ ਦੇ ਥਰੂ ਐਕਸਚੇਂਜ ਰੇਟ ਬਣੇ ਆ ਅਸੀਂ ਇਸੀ ਦੇ ਉੱਤੇ ਫਿਊਚਰ ਦੇ ਵਿੱਚ ਸੇਲ ਐਂਡ ਪਰਚੇਜ਼ ਆਫ ਕਰੰਸੀ ਕਰਾਂਗੇ। ਸੋ ਐਕਚੁਅਲ ਪੇਮੈਂਟ ਜਿਹੜੀ ਆ ਉਹ ਕਿਸੇ ਫਿਊਚਰ ਡੇਟ ਦੇ ਵਿੱਚ ਪੇ ਕੀਤੀ ਜਾਂਦੀ ਹੈ। Next, speculation or speculators. This is very common and most of us are aware of this. Speculators ਉਹ ਹੁੰਦੇ ਨੇ ਜਿਹੜੇ ਕਿ ਰਿਸਕ ਲੈਣ ਨੂੰ ਤਿਆਰ ਹੁੰਦੇ ਨੇ, ਜਿਹੜਾ ਜਿਗਰਾ ਰੱਖਦੇ ਨੇ ਕਿ if there will be even loss we will ready to bear this. So speculators ਦਾ ਕੰਮ ਹੁੰਦਾ ਹੈ ਕਿ ਇਹ ਮਾਰਕੀਟ ਫੋਰਸਿਸ ਨੂੰ ਚੰਗੀ ਤਰ੍ਹਾਂ ਦੇਖਦੇ ਨੇ ਕਿ ਕਿਸ ਤਰੀਕੇ ਨਾਲ ਕੰਮ ਕਰਦੇ ਨੇ। ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨੌਲੇਜ ਹੁੰਦੀ ਹੈ ਕਿ ਕਿਹੜੀ ਕਰੰਸੀ, ਕਿਹੜਾ ਐਸੈਟ, ਕਿਹੜਾ ਸ਼ੇਅਰ ਕਿਸ ਤਰੀਕੇ ਦੇ ਨਾਲ ਟ੍ਰੈਂਡ ਕਰ ਰਿਹਾ, ਕਿਹੜੀ ਮਾਰਕੀਟ ਕਿਸ ਤਰੀਕੇ ਨਾਲ ਫਲਕਚੁਏਟ ਕਰ ਰਹੀ ਹੈ ਤੇ ਉਸ ਅਕੋਰਡਿੰਗਲੀ ਇਹ ਉੱਥੇ ਆਪਣਾ ਪੈਸਾ ਲਾਉਂਦੇ ਨੇ ਤੇ ਇਸ ਨੂੰ ਬੋਲਦੇ ਨੇ ਸਿੰਪਲ ਲੈਂਗੁਏਜ ਦੇ ਵਿੱਚ ਸੱਟੇਬਾਜ਼ੀ ਜਾਂ ਸਪੈਕੂਲੇਸ਼ਨ, ਗੈਂਬਲਿੰਗ ਕਰਨੀ। ਇਸ ਤਰੀਕੇ ਦੇ ਨਾਲ ਇਹ ਰਿਸਕ ਲੈ ਕੇ ਆਪਣਾ ਫਾਇਦਾ ਚੱਕਦੇ ਨੇ। ਸੋ ਦ ਸਪੈਕੂਲੇਸ਼ਨ ਇਜ਼ ਆਪੋਜ਼ਿਟ ਆਫ ਦ ਹੈਜਿੰਗ ਵੇਅਰ ਹੈਜਰ ਸੀਕਸ ਟੂ ਕਵਰ ਅ ਫੋਰਨ ਐਕਸਚੇਂਜ ਰਿਸਕ, ਅ ਸਪੈਕੂਲੇਟਰ accept and even seeks out a foreign exchange risk in hope to get profit. So if there will be any problem in this lecture then you can ask in the comment section. ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ you may like and subscribe my channel. Thank you.